ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 10ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪੇਪਰ ਏ ਦੇ ਪਾਠਕ੍ਰਮ ਵਿੱਚ ਸ਼ਾਮਿਲ ਸਾਹਿਤਮਾਲਾ ਪੁਸਤਕ ਵਿੱਚ ਦਰਜ ਕਿੱਸਾ ਕਾਵਿ ਦੇ ਕਵੀ ਹਾਸ਼ਮ ਸ਼ਾਹ ਦੁਆਰਾ ਲਿਖੇ ਕਿੱਸੇ ਸੱਸੀ ਪੁੰਨੂ ਬਾਰੇ ਗੱਲਬਾਤ ਕਰਾਂਗੇ। ਹਾਸ਼ਮ ਦੇ ਜੀਵਨ ਕਾਲ ਸੰਬੰਧੀ ਪੰਜਾਬੀ ਵਿਦਵਾਨਾਂ ਵਿੱਚ ਮਤਭੇਦ ਹਨ। ਫਿਰ ਵੀ ਮੰਨਿਆ ਜਾਂਦਾ ਹੈ ਕਿ ਹਾਸ਼ਮ ਸ਼ਾਹ ਮਹਾਰਾਜਾ ਰਣਜੀਤ ਸਿੰਘ ਕਾਲ ਦਾ ਕਿੱਸਾਕਾਰ ਹੈ। ਉਸ ਨੇ ਸੱਸੀ ਪੁੰਨੂ, ਸੋਹਣੀ ਮਹੀਵਾਲ ਅਤੇ ਸ਼ੀਰੀ ਫਰਿਹਾਦ ਆਦਿ ਕਿੱਸੇ ਲਿਖੇ। ਕਿੱਸਿਆਂ ਤੋਂ ਬਿਨਾਂ ਹਾਸ਼ਮ ਨੇ ਦੋੜੇ ਅਤੇ ਡਿਊਡਾਂ ਵੀ ਲਿਖੀਆਂ। ਸੰਜਮ ਅਤੇ ਸੰਖੇਪਤਾ ਹਾਸ਼ਮ ਸ਼ਾਹ ਦਾ ਸਭ ਤੋਂ ਵੱਡਾ ਗੁਣ ਹੈ। ਹਾਸ਼ਮ ਸ਼ਾਹ ਦਾ ਕਿੱਸਾ ਸੱਸੀ ਪੁੰਨੂ ਬਹੁਤ ਹਰਮਨ ਪਿਆਰਾ ਹੋਇਆ ਹੈ। ਇਸ ਕਿੱਸੇ ਵਿੱਚ ਕਵੀ ਨੇ ਸੱਸੀ ਪੁੰਨੂ ਦੀ ਪ੍ਰੀਤ ਕਹਾਣੀ ਨੂੰ ਬਿਆਨ ਕੀਤਾ ਹੈ। ਹੁਣ ਅਸੀਂ ਕਿੱਸੇ ਨੂੰ ਪੜ੍ਹਾਂਗੇ, ਔਖੇ ਸ਼ਬਦਾਂ ਦੇ ਅਰਥ ਕਰਾਂਗੇ ਅਤੇ ਕਾਵਿ ਸਤਰਾਂ ਦੀ ਵਿਆਖਿਆ ਕਰਾਂਗੇ। ਤੁਰਸਾਂ ਮੂਲ ਨਾ ਮੁੜਸਾਂ ਰਾਹੋਂ, ਜਾਨ ਤਲੀ ਪੁਰ ਤਰਸਾਂ। ਜਬ ਲਗ ਸਾਸ ਨਿਰਾਸ ਨਾ ਹੋਵਾਂ, ਮਰਨੋਂ ਮੂਲ ਨਾ ਡਰਸਾਂ। ਜੇ ਰੱਬ ਕੂਕ ਸੱਸੀ ਦੀ ਸੁਣਸੀ, ਜਾਏ ਮਿਲਾਂ ਪੱਗ ਪਰਸਾਂ। ਹਾਸ਼ਮ ਨਹੀਂ ਸ਼ਹੀਦ ਹੋ ਵੈਸਾਂ, ਥਲ ਮਾਰੂ ਵਿੱਚ ਮਰਸਾਂ। ਤੁਰਸਾਂ ਸ਼ਬਦ ਦਾ ਅਰਥ ਹੈ ਤੁਰਾਂਗੀ। ਮੂਲ ਨਾ ਮੁੜਸਾਂ ਭਾਵ ਕਦੇ ਵਾਪਸ ਨਾ ਆਵਾਂ। ਜਬ ਲੱਗ ਭਾਵ ਜਦੋਂ ਤੱਕ। ਸਾਸ ਸ਼ਬਦ ਦਾ ਅਰਥ ਹੈ ਸਾਹ। ਪੱਗ ਸ਼ਬਦ ਦਾ ਅਰਥ ਹੈ ਪੈਰ। ਵੈਸਾਂ ਸ਼ਬਦ ਦਾ ਅਰਥ ਹੈ ਹੋਵਾਂਗੀ। ਇਹਨਾਂ ਸਤਰਾਂ ਵਿੱਚ ਸੱਸੀ ਮਾਰੂਥਲਾਂ ਦੇ ਦੁੱਖਾਂ ਦਾ ਡਰ ਦੇ ਕੇ ਪੁੰਨੂ ਦਾ ਪਿੱਛਾ ਕਰਨ ਤੋਂ ਰੋਕ ਰਹੀ ਆਪਣੀ ਮਾਂ ਦੀ ਨਸੀਹਤ ਨੂੰ ਰੱਦ ਕਰਦੀ ਹੋਈ ਪੁੰਨੂ ਨੂੰ ਮਿਲਣ ਲਈ ਆਪਣੀ ਦ੍ਰਿੜਤਾ ਨੂੰ ਬਿਆਨ ਕਰਦੀ ਹੈ। ਸੱਸੀ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਪੁੰਨੂ ਨੂੰ ਮੁੜ ਪ੍ਰਾਪਤ ਕਰਨ ਲਈ ਰਸਤਾ ਭਾਵੇਂ ਕਿੰਨਾ ਭਿਆਨਕ ਹੈ, ਪਰ ਉਹ ਇਸ ਰਸਤੇ ਨੂੰ ਪਾਰ ਕਰਕੇ ਉਸ ਦਾ ਪਿੱਛਾ ਕਰਨ ਦੇ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟੇਗੀ। ਉਹ ਤਪਦੇ ਮਾਰੂਥਲਾਂ ਦੇ ਰਾਹ ਉੱਤੇ ਜਾਨ ਤਲੀ ਉੱਤੇ ਧਰ ਕੇ ਅੱਗੇ ਹੀ ਅੱਗੇ ਤੁਰਦੀ ਜਾਵੇਗੀ ਅਤੇ ਪਿੱਛੇ ਨਹੀਂ ਮੁੜੇਗੀ। ਜਿੰਨਾ ਚਿਰ ਉਸ ਵਿੱਚ ਕੋਈ ਸਾਹ ਬਾਕੀ ਹੈ, ਉਹ ਨਿਰਾਸ਼ ਨਹੀਂ ਹੋਵੇਗੀ ਅਤੇ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਮੌਤ ਤੋਂ ਵੀ ਨਹੀਂ ਡਰੇਗੀ। ਜੇਕਰ ਰੱਬ ਉਸ ਦੀ ਕੋਈ ਸਹਾਇਤਾ ਕਰੇਗਾ ਤਾਂ ਉਹ ਆਪਣੇ ਪ੍ਰੀਤਮ ਨੂੰ ਮਿਲ ਕੇ ਉਸ ਦੇ ਪੈਰਾਂ ਨੂੰ ਛੋਹੇਗੀ, ਨਹੀਂ ਤਾਂ ਉਹ ਆਪਣੇ ਪੰਧ ਉੱਤੇ ਤੁਰਦੀ ਹੋਈ ਆਪਣੇ ਪ੍ਰੀਤਮ ਪਿੱਛੇ ਮਾਰੂਥਲ ਵਿੱਚ ਜਾਨ ਦੇ ਕੇ ਸ਼ਹੀਦ ਹੋ ਜਾਵੇਗੀ। ਫੜਿਆ ਪੰਧ ਹੋਈ ਤਦ ਪਾਂਧਣ, ਟੁੱਟ ਗਈ ਡੋਰ ਪਤੰਗੋਂ। ਸੱਸੀ ਉਹ ਨਾ ਧਰਦੀ ਆਹੀ, ਭੋਏ ਪਰ ਪੈਰ ਪਲੰਘੋਂ। ਦਿਲ ਤੋਂ ਖੌਫ ਉਤਾਰ ਸਿਧਾਈ, ਵਾਂਗੂ ਸ਼ੇਰ ਪਲੰਘੋਂ। ਹਾਸ਼ਮ ਜੇ ਦਮ ਜਾਨ ਖਲਾਸੀ, ਹੋਗਸ ਕੈਦ ਫਿਰੰਗੋ। ਪੰਧ ਸ਼ਬਦ ਦਾ ਅਰਥ ਹੈ ਰਸਤਾ। ਪਾਂਧਣ ਸ਼ਬਦ ਦਾ ਅਰਥ ਹੈ ਰਾਹੀ।
ਖੌਫ ਸ਼ਬਦ ਦਾ ਅਰਥ ਹੈ ਡਰ। ਸਿਧਾਈ ਸ਼ਬਦ ਦਾ ਅਰਥ ਹੈ ਤੁਰ ਪਈ। ਪਲੰਗੋਂ ਸ਼ਬਦ ਦਾ ਅਰਥ ਹੈ ਚੀਤੇ ਤੋਂ। ਫਿਰੰਗੋਂ ਸ਼ਬਦ ਦਾ ਅਰਥ ਹੈ ਫਰੰਗੀ ਭਾਵ ਅੰਗਰੇਜ਼। ਇਹਨਾਂ ਸਤਰਾਂ ਵਿੱਚ ਕਵੀ ਨੇ ਉਸ ਘਟਨਾ ਨੂੰ ਬਿਆਨ ਕੀਤਾ ਹੈ ਜਦੋਂ ਸੱਸੀ ਵਿਛੜੇ ਪੁੰਨੂੰ ਦੀ ਭਾਲ ਕਰਨ ਲਈ ਤਪਦੇ ਮਾਰੂਥਲ ਵੱਲ ਤੁਰ ਪੈਂਦੀ ਹੈ। ਸੱਸੀ ਨੇ ਮਾਰੂਥਲ ਦਾ ਰਸਤਾ ਫੜ ਲਿਆ ਅਤੇ ਉਹ ਪਰਦੇਸਣ ਬਣ ਗਈ। ਇਸ ਪ੍ਰਕਾਰ ਉਸ ਦੀ ਹਾਲਤ ਡੋਰ ਨਾਲੋਂ ਟੁੱਟੀ ਪਤੰਗ ਵਰਗੀ ਸੀ। ਸੱਸੀ ਜਿਸ ਨੇ ਕਦੇ ਪਲੰਗ ਤੋਂ ਪੈਰ ਹੇਠਾਂ ਨਹੀਂ ਸੀ ਧਰਿਆ, ਅੱਜ ਮਾਰੂਥਲ ਦੀ ਤਪਦੀ ਰੇਤ ਨੂੰ ਤੁਰ ਕੇ ਪਾਰ ਕਰਨ ਲਈ ਤਿਆਰ ਹੋ ਗਈ ਸੀ। ਉਹ ਆਪਣੇ ਦਿਲ ਤੋਂ ਖੌਫ ਲਾ ਕੇ ਇਸ ਤਰ੍ਹਾਂ ਹੀ ਚੱਲ ਪਈ ਜਿਵੇਂ ਸ਼ੇਰ ਜਾਂ ਚੀਤਾ ਖੌਫ ਉਤਾਰ ਕੇ ਚੱਲਦਾ ਹੈ। ਹਾਸ਼ਮ ਸ਼ਾਹ ਕਹਿੰਦਾ ਹੈ ਕਿ ਉਹ ਸੱਸੀ ਸੋਚ ਰਹੀ ਸੀ ਕਿ ਜੇਕਰ ਇਸ ਮੁਹਿੰਮ ਵਿੱਚ ਉਸ ਦੇ ਦਮ ਵੀ ਨਿਕਲ ਗਏ ਤਾਂ ਉਹ ਬਿਰਹੋ ਦੇ ਦੁੱਖ ਤੋਂ ਇਸ ਪ੍ਰਕਾਰ ਹੀ ਮੁਕਤ ਹੋ ਜਾਵੇਗੀ ਜਿਵੇਂ ਕੋਈ ਅੰਗਰੇਜ਼ ਦੀ ਕੈਦ ਵਿੱਚੋਂ ਮੁਕਤ ਹੁੰਦਾ ਹੈ। ਕਰ ਅਸਬਾਬ ਲਿਆ ਸ਼ਹਿਜ਼ਾਦੀ, ਫੜਿਆ ਰਾਹ ਸ਼ੁਤਰ ਦਾ, ਪਾਣੀ ਖੂਨ ਖੁਰਾਕ ਕਲੇਜਾ, ਰਹਿਬਰ ਦਰਦ ਹਿਜਰ ਦਾ, ਗਲ ਵਿੱਚ ਵਾਲ ਅੱਖੀਂ ਵਿੱਚ ਸੁਰਖੀ, ਸੋਜ ਜਨੂਨ ਕਹਿਰ ਦਾ, ਹਾਸ਼ਮ ਵੇਖ ਹਵਾਲ ਕਲੇਜਾ, ਕਾਇਲ ਸ਼ਮਸ਼ ਕਮਰ ਦਾ। ਅਸਬਾਬ ਸ਼ਬਦ ਦਾ ਅਰਥ ਹੈ ਸਮਾਨ। ਲਿਆ ਸ਼ਬਦ ਦਾ ਅਰਥ ਹੈ ਤਿਆਰੀ ਕੀਤੀ। ਸ਼ੁਤਰ ਸ਼ਬਦ ਦਾ ਅਰਥ ਹੈ ਊਠ। ਰਹਿਬਰ ਸ਼ਬਦ ਦਾ ਅਰਥ ਹੈ ਰਾਹ ਦਿਖਾਉਣ ਵਾਲਾ। ਸੁਰਖੀ ਸ਼ਬਦ ਦਾ ਅਰਥ ਹੈ ਲਾਲੀ। ਸੋਜ ਜਨੂਨ ਭਾਵ ਉੜਕਦਾ ਦਰਦ। ਹਵਾਲ ਸ਼ਬਦ ਦਾ ਅਰਥ ਹੈ ਹਾਲਤ। ਸ਼ਮਸ ਸ਼ਬਦ ਦਾ ਅਰਥ ਹੈ ਸੂਰਜ। ਕਮਰ ਸ਼ਬਦ ਦਾ ਅਰਥ ਹੈ ਚੰਦ। ਇਹਨਾਂ ਸਤਰਾਂ ਵਿੱਚ ਕਵੀ ਨੇ ਮਾਰੂਥਲ ਵਿੱਚ ਆਪਣੇ ਦਿਲਬਰ ਪੁੰਨੂੰ ਦਾ ਪਿੱਛਾ ਕਰ ਰਹੀ ਸੱਸੀ ਦੀ ਦੁੱਖ ਭਰੀ ਹਾਲਤ ਦਾ ਵਰਣਨ ਕੀਤਾ ਹੈ। ਸ਼ਹਿਜ਼ਾਦੀ ਸੱਸੀ ਨੇ ਆਪਣੇ ਵਿਛੜੇ ਪ੍ਰੀਤਮ ਨੂੰ ਪਾਉਣ ਲਈ ਸਾਰੀ ਤਿਆਰੀ ਕਰਕੇ ਖਤਰਿਆਂ ਭਰਿਆ ਰਾਹ ਫੜ ਲਿਆ। ਉਸ ਨੇ ਆਪਣੇ ਖੂਨ ਨੂੰ ਪਾਣੀ ਅਤੇ ਕਲੇਜੇ ਨੂੰ ਖੁਰਾਕ ਬਣਾ ਕੇ ਜਿਗਰ ਦੇ ਦਰਦ ਨੂੰ ਰਾਹ ਦੱਸਣ ਵਾਲਾ ਬਣਾ ਲਿਆ। ਉਸ ਦੇ ਗਲ ਵਿੱਚ ਖੁੱਲ੍ਹੇ ਹੋਏ ਵਾਲ ਪਏ ਹੋਏ ਸਨ। ਉਸ ਦੀਆਂ ਅੱਖਾਂ ਵਿੱਚ ਲਾਲੀ ਸੀ ਅਤੇ ਦਿਲ ਵਿੱਚ ਇਸ਼ਕ ਦਾ ਕਹਿਰੀ ਜਨੂਨ ਅਤੇ ਦਰਦ ਸੀ। ਹਾਸ਼ਮ ਸ਼ਾਹ ਕਹਿੰਦਾ ਹੈ ਕਿ ਉਸ ਦੀ ਹਾਲਤ ਦੇਖ ਕੇ ਤਾਂ ਸੂਰਜ ਅਤੇ ਚੰਦ ਦਾ ਕਲੇਜਾ ਵੀ ਕਾਇਲ ਹੁੰਦਾ ਸੀ। ਚਮਕੀ ਆਣ ਦੁਪਹਿਰਾਂ ਵੇਲੇ, ਗਰਮੀ ਗਰਮ ਬਹਾਰੇ, ਤਪਦੀ ਵਾਓ ਵਗੇ ਅਸਮਾਨੋਂ, ਪੰਛੀ ਮਾਰ ਉਤਾਰੇ, ਆਤਸ਼ ਦਾ ਦਰਿਆਓ ਖਲੋਤਾ, ਠੱਲ ਮਾਰੂ ਵੱਲ ਚਾਰੇ, ਹਾਸ਼ਮ ਫੇਰ ਪਿਛਾਂ ਨਾ ਮੁੜਦੀ, ਲੂ ਲੂ ਹੋਤ ਪੁਕਾਰੇ। ਇਹਨਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਉਹ ਮਾਰੂਥਲ ਦੁਪਹਿਰ ਸਮੇਂ ਇੱਕ ਤਰ੍ਹਾਂ ਅੱਗ ਦਾ ਦਰਿਆ ਬਣ ਗਿਆ ਸੀ ਜਿਸ ਵਿੱਚੋਂ ਪੁੰਨੂੰ ਦੀ ਭਾਲ ਕਰਦੀ ਹੋਈ ਸੱਸੀ ਜਾ ਰਹੀ ਸੀ। ਦੁਪਹਿਰ ਹੋਈ ਤਾਂ ਹੁਨਾਲ ਦੀ ਰੁੱਤ ਹੋਣ ਕਰਕੇ ਗਰਮੀ ਹੋਰ ਭੱਖ ਗਈ। ਅਸਮਾਨ ਵੱਲੋਂ ਤਪਦੀ ਹਵਾ ਵਗ ਰਹੀ ਸੀ ਜੋ ਕਿ ਪੰਛੀਆਂ ਨੂੰ ਮਾਰ ਮਾਰ ਕੇ ਥੱਲੇ ਸੁੱਟ ਰਹੀ ਸੀ। ਧੁੱਪ ਵਿੱਚ ਸੜਦੀ ਬਲਦੀ ਰੇਤ ਇਸ ਤਰ੍ਹਾਂ ਪ੍ਰਤੀਤ ਹੁੰਦੀ ਸੀ ਜਿਵੇਂ ਸਾਰੇ ਮਾਰੂਥਲਾਂ ਵਿੱਚ ਅੱਗ ਦਾ ਦਰਿਆ ਖਲੋਤਾ ਹੋਵੇ।
ਹਾਸ਼ਮ ਸ਼ਾਹ ਕਹਿੰਦਾ ਹੈ ਕਿ ਇੰਨੀਆਂ ਤਕਲੀਫਾਂ ਹੋਣ ਦੇ ਬਾਵਜੂਦ ਵੀ ਸੱਸੀ ਪਿਛਾਂਹ ਨਹੀਂ ਸੀ ਮੁੜ ਰਹੀ ਅਤੇ ਉਸ ਦਾ ਲੂ ਲੂ ਹੋਤ ਪੁੰਨੂ ਨੂੰ ਪੁਕਾਰ ਰਿਹਾ ਸੀ। ਨਾਜ਼ੁਕ ਪੈਰ ਮਲੂਕ ਸੱਸੀ ਦੇ ਮਹਿੰਦੀ ਨਾਲ ਸ਼ਿੰਗਾਰੇ, ਆਸ਼ਕ ਵੇਖ ਬਹੇ ਇੱਕ ਵਾਰੀ, ਜਿਉ ਤਿੰਨਾਂ ਪਰ ਵਾਰੇ, ਬਾਲੂ ਰੇਤ ਤਪੇ ਵਿੱਚ ਥਲਦੇ, ਜੌਂ ਭੁੰਨਣ ਪਠਿਆਰੇ, ਹਾਸ਼ਮ ਵੇਖ ਯਕੀਨ ਸੱਸੀ ਦਾ, ਫੇਰ ਨਹੀਂ ਦਿਲ ਹਾਰੇ। ਨਾਜ਼ੁਕ ਸ਼ਬਦ ਦਾ ਅਰਥ ਹੈ ਕੋਮਲ। ਇਹਨਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਕਿਸ ਤਰ੍ਹਾਂ ਮਾਰੂਥਲ ਦੀ ਗਰਮੀ ਅਤੇ ਬਿਰਹੋ ਦੀ ਤਪਸ਼ ਸੱਸੀ ਦਾ ਬੁਰਾ ਹਾਲ ਕਰਦੀ ਹੈ, ਪਰੰਤੂ ਉਹ ਸਿਦਕ ਨਹੀਂ ਹਾਰਦੀ। ਮਾਰੂਥਲ ਵਿੱਚ ਪੁੰਨੂ ਦੀ ਡਾਚੀ ਦੀ ਪੈੜ ਨੂੰ ਲੱਭ ਰਹੀ ਸੱਸੀ ਦੇ ਪੈਰ ਗੁਲਾਬ ਵਰਗੇ ਨਾਜ਼ੁਕ ਅਤੇ ਸੁੰਦਰ ਹੋਣ ਤੋਂ ਇਲਾਵਾ ਮਹਿੰਦੀ ਨਾਲ ਸ਼ਿੰਗਾਰੇ ਹੋਏ ਸਨ। ਜੇਕਰ ਕੋਈ ਆਸ਼ਕ ਉਹਨਾਂ ਨੂੰ ਵੇਖ ਲੈਂਦਾ ਸੀ ਤਾਂ ਉਹ ਉਹਨਾਂ ਦੀ ਖਾਤਰ ਜਾਨ ਵਾਰ ਦੇਣ ਲਈ ਤਿਆਰ ਹੋ ਜਾਂਦਾ ਸੀ। ਮਾਰੂਥਲ ਵਿੱਚ ਬਾਲੂ ਰੇਤ ਓਨੀ ਤਪ ਰਹੀ ਸੀ ਜਿੰਨੀ ਤਪਦੀ ਰੇਤ ਵਿੱਚ ਪਠਿਆਰੇ ਜੌਂ ਭੁੰਨਦੇ ਹਨ। ਪਰ ਹਾਸ਼ਮ ਸ਼ਾਹ ਆਖਦਾ ਹੈ, ਸੱਸੀ ਦਾ ਯਕੀਨ ਦੇਖੋ, ਉਹ ਸਿਦਕ ਤੋਂ ਪਿੱਛੇ ਨਹੀਂ ਹਟੀ ਅਤੇ ਤਪਦੀ ਰੇਤ ਉੱਪਰ ਹੀ ਤੁਰਦੀ ਗਈ। ਦਿਲ ਵਿੱਚ ਤਪਸ਼, ਥਲਾਂ ਦੀ ਗਰਮੀ, ਆਣ ਫਿਰਾਕ ਰੰਝਾਣੀ, ਕਿਚਰਕ ਨੈਣ ਦੇਣ ਦਿਲਬਰੀਆਂ, ਚੋਣ ਲਬਾਂ ਵਿੱਚ ਪਾਣੀ, ਫਿਰ ਫਿਰ ਡਾਢ ਕਰੇ ਹੱਠ ਦਿਲ ਦਾ, ਪਰ ਜਦ ਬਹੁਤ ਵਿਹਾਣੀ, ਹਾਸ਼ਮ ਯਾਦ ਭੰਬੋਰ ਪਇਓ ਸੂ, ਟੁੱਟ ਗਿਆ ਮਾਣ ਨਿਮਾਣੀ। ਫਿਰਾਕ ਸ਼ਬਦ ਦਾ ਅਰਥ ਹੈ ਵਿਛੋੜਾ। ਰੰਝਾਣੀ ਸ਼ਬਦ ਦਾ ਅਰਥ ਹੈ ਰੰਜ ਨਾਲ ਭਰੀ ਹੋਈ ਜਾਂ ਦੁਖੀ ਕੀਤੀ ਹੋਈ। ਕਿਚਰਕ ਭਾਵ ਕਿੰਨਾ ਕੁ ਚਿਰ। ਦਿਲਬਰੀਆਂ ਸ਼ਬਦ ਦਾ ਅਰਥ ਹੈ ਹੌਸਲਾ ਦੇਣਾ। ਲਬਾਂ ਭਾਵ ਬੁੱਲਾਂ। ਡਾਢ ਸ਼ਬਦ ਦਾ ਅਰਥ ਹੈ ਬੇਕਰਾਰੀ। ਬਹੁਤ ਵਿਹਾਣੀ ਭਾਵ ਅੱਤ ਹੋ ਗਈ। ਭੰਬੋਰ ਸੱਸੀ ਦਾ ਪੇਕਾ ਸ਼ਹਿਰ ਹੈ। ਇਹਨਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਕਿਸ ਤਰ੍ਹਾਂ ਮਾਰੂਥਲ ਦੀ ਗਰਮੀ ਅਤੇ ਬਿਰਹੋ ਦੀ ਤਪਸ਼ ਸੱਸੀ ਦਾ ਬੁਰਾ ਹਾਲ ਕਰਦੀ ਹੈ, ਪਰ ਉਹ ਆਪਣਾ ਸਿਦਕ ਨਹੀਂ ਹਾਰਦੀ। ਸੱਸੀ ਦੇ ਦਿਲ ਵਿੱਚ ਪੁੰਨੂ ਦੇ ਵਿਛੋੜੇ ਦੀ ਤਪਸ਼ ਸੀ ਅਤੇ ਬਾਹਰ ਮਾਰੂਥਲ ਦੀ ਗਰਮੀ ਸੀ। ਇਹਨਾਂ ਚੀਜ਼ਾਂ ਨੇ ਸੱਸੀ ਦੇ ਦਿਲ ਨੂੰ ਬਹੁਤ ਹੀ ਦੁਖੀ ਕਰ ਦਿੱਤਾ। ਉਸ ਦੇ ਨੈਣ ਕਿੰਨਾ ਕੁ ਚਿਰ ਦਿਲਬਰੀਆਂ ਦੇ ਸਕਦੇ ਸਨ। ਉਹ ਰੋ ਰੋ ਕੇ ਉਸ ਦੇ ਪਿਆਸੇ ਬੁੱਲ੍ਹਾਂ ਵਿੱਚ ਪਾਣੀ ਚੋ ਰਹੇ ਸਨ। ਉਸ ਦੇ ਦਿਲ ਵਿੱਚ ਮੁੜ ਮੁੜ ਕੇ ਇੱਕ ਬੇਕਰਾਰੀ ਜਿਹੀ ਉੱਠਦੀ ਸੀ, ਪਰ ਜਦੋਂ ਇਸ ਤਰ੍ਹਾਂ ਅੱਤ ਹੀ ਹੋ ਗਈ ਤਾਂ ਉਸ ਨੂੰ ਭੰਬੋਰ ਸ਼ਹਿਰ ਯਾਦ ਆਇਆ ਜਿੱਥੋਂ ਦੀ ਉਹ ਸ਼ਹਿਜ਼ਾਦੀ ਸੀ, ਪਰ ਹੁਣ ਉਸ ਨਿਮਾਣੀ ਦਾ ਮਾਣ ਟੁੱਟ ਚੁੱਕਾ ਸੀ। ਜੇ ਜਾਣਾ ਛੱਡ ਜਾਣ ਸੁੱਤੀ ਨੂੰ, ਇੱਕ ਪਲ ਭਲਕ ਨਾ ਝਮਕਾਂ, ਗਰਦ ਹੋਏ ਵਿੱਚ ਗਰਦ ਥਲਾਂ ਦੀ, ਵਾਂਗ ਜਵਾਹਰ ਦਮਕਾਂ, ਜਲ ਵਾਂਗਰ ਰਲ ਦੇਣ ਦਿਖਾਈ, ਥਲ ਮਾਰੂ ਦੀਆਂ ਚਮਕਾਂ, ਹਾਸ਼ਮ ਕੌਣ ਸੱਸੀ ਬਿਨ ਵੇਖੇ, ਏਸ ਇਸ਼ਕ ਦੀਆਂ ਰਮਕਾਂ। ਗਰਦ ਸ਼ਬਦ ਦਾ ਅਰਥ ਹੈ ਮਿੱਟੀ ਜਾਂ ਧੂੜ। ਦਮਕਾਂ ਸ਼ਬਦ ਦਾ ਅਰਥ ਹੈ ਲਿਸ਼ਕਾਂ ਜਾਂ ਚਮਕਾਂ। ਰਮਕਾਂ ਸ਼ਬਦ ਦਾ ਅਰਥ ਹੈ ਜ਼ੋਰਾਵਰੀਆਂ।
ਇਹਨਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਕਿਸ ਤਰ੍ਹਾਂ ਮਾਰੂਥਲ ਦੀ ਗਰਮੀ ਅਤੇ ਬਿਰਹੋ ਦੀ ਤਪਸ਼ ਸੱਸੀ ਦਾ ਬੁਰਾ ਹਾਲ ਕਰਦੀ ਹੈ, ਪਰ ਸੱਸੀ ਆਪਣੇ ਸਿਦਕ ਤੋਂ ਡੋਲਦੀ ਨਹੀਂ। ਮਾਰੂਥਲ ਦੀ ਗਰਮੀ ਅਤੇ ਵਿਛੋੜੇ ਦੇ ਦੁੱਖ ਦੀ ਸਾੜੀ ਹੋਈ ਸੱਸੀ ਸੋਚ ਰਹੀ ਸੀ ਕਿ ਜੇਕਰ ਮੈਨੂੰ ਇਹ ਪਤਾ ਹੁੰਦਾ ਕਿ ਮੈਨੂੰ ਪੁੰਨੂ ਨੇ ਸੁੱਤੀ ਪਈ ਨੂੰ ਛੱਡ ਜਾਣਾ ਹੈ ਤਾਂ ਮੈਂ ਸਾਰੀ ਰਾਤ ਜਾਗਦੀ ਰਹਿੰਦੀ ਅਤੇ ਇੱਕ ਪਲ ਲਈ ਵੀ ਆਪਣੀਆਂ ਅੱਖਾਂ ਨੂੰ ਨਾ ਝਮਕਦੀ। ਮੈਂ ਪੁੰਨੂ ਦੀ ਖਾਤਰ ਮਾਰੂਥਲਾਂ ਦੀ ਮਿੱਟੀ ਵਿੱਚ ਮਿਲ ਕੇ ਮਿੱਟੀ ਹੀ ਬਣ ਜਾਣਾ ਚਾਹੁੰਦੀ ਹਾਂ ਅਤੇ ਇਸ ਵਿੱਚ ਜਵਾਹਰ ਵਾਂਗ ਚਮਕਣਾ ਚਾਹੁੰਦੀ ਹਾਂ। ਸੱਸੀ ਨੂੰ ਦੂਰੋਂ ਮਾਰੂਥਲ ਦੀ ਚਮਕ ਇਸ ਪ੍ਰਕਾਰ ਪ੍ਰਤੀਤ ਹੋ ਰਹੀ ਸੀ ਜਿਵੇਂ ਪਾਣੀ ਚੱਲ ਰਿਹਾ ਹੋਵੇ। ਹਾਸ਼ਮ ਸ਼ਾਹ ਕਹਿੰਦਾ ਹੈ ਕਿ ਸੱਸੀ ਤੋਂ ਬਿਨਾਂ ਇਸ਼ਕ ਦੀਆਂ ਜ਼ੋਰਾਵਰੀਆਂ ਨੂੰ ਸਹਿਣ ਦਾ ਹੋਰ ਕੋਈ ਹੌਸਲਾ ਨਹੀਂ ਕਰ ਸਕਦਾ ਸੀ। ਕੁਛ ਡਿੱਗਦੀ, ਕੁਛ ਢਹਿੰਦੀ, ਉੱਠਦੀ, ਬਹਿੰਦੀ ਤੇ ਦਮ ਲੈਂਦੀ, ਜਿਉਂ ਕਰ ਤੋਟ ਸ਼ਰਾਬੋਂ ਆਵੇ, ਫੇਰ ਉੱਤੇ ਵੱਲ ਵਹਿੰਦੀ, ਢੂੰਡੇ ਖੋਜ ਸ਼ੁਤਰ ਦਾ ਕਿਤਵਲ, ਹਰਗਿਜ਼ ਭਾਲ ਨਾ ਪੈਂਦੀ, ਹਾਸ਼ਮ ਜਗਤ ਨਾ ਕਿਉਂ ਕਰ ਗਾਵੇ, ਪ੍ਰੀਤ ਸੰਪੂਰਨ ਜੈਂਦੀ। ਦਮ ਲੈਂਦੀ ਭਾਵ ਸਾਹ ਲੈਂਦੀ, ਉੱਤੇ ਵੱਲ ਭਾਵ ਉਸੇ ਵੱਲ, ਵਹਿੰਦੀ ਸ਼ਬਦ ਦਾ ਅਰਥ ਹੈ ਤੁਰ ਪੈਂਦੀ, ਖੋਜ ਸ਼ਬਦ ਦਾ ਅਰਥ ਹੈ ਖੁਰਾ, ਸ਼ੁਤਰ ਸ਼ਬਦ ਦਾ ਅਰਥ ਹੈ ਊਠ, ਹਰਗਿਜ਼ ਨਾ ਭਾਵ ਬਿਲਕੁਲ ਨਹੀਂ, ਜੈਂਦੀ ਭਾਵ ਜਿਸ ਦੀ, ਸੰਪੂਰਨ ਸ਼ਬਦ ਦਾ ਅਰਥ ਹੈ ਪੂਰਨ ਜਾਂ ਪੂਰੀ। ਇਸ ਵਿੱਚ ਕਵੀ ਨੇ ਮਾਰੂਥਲ ਵਿੱਚ ਆਪਣੇ ਪ੍ਰੀਤਮ ਪੁੰਨੂ ਦੀ ਡਾਚੀ ਦਾ ਖੁਰਾ ਲੱਭ ਰਹੀ ਸੱਸੀ ਦੀ ਦੁੱਖ ਭਰੀ ਅਵਸਥਾ ਨੂੰ ਬਿਆਨ ਕੀਤਾ ਹੈ। ਤਪਦੇ ਮਾਰੂਥਲ ਵਿੱਚ ਸੱਸੀ ਕੁਝ ਡਿੱਗਦੀ, ਢਹਿੰਦੀ ਤੇ ਕੁਝ ਉੱਠਦੀ ਬਹਿੰਦੀ ਹੋਈ ਦਮ ਲੈ ਲੈ ਕੇ ਜਾ ਰਹੀ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿਸੇ ਨੂੰ ਸ਼ਰਾਬ ਦੀ ਤੋਟ ਆ ਗਈ ਹੋਵੇ। ਉਹ ਡਿੱਗਣ ਮਗਰੋਂ ਫਿਰ ਉੱਠਦੀ ਸੀ ਅਤੇ ਅੱਗੇ ਚੱਲ ਪੈਂਦੀ ਸੀ। ਉਹ ਲੱਭ ਰਹੀ ਸੀ ਕਿ ਉਸ ਨੂੰ ਕਿਸੇ ਪਾਸੇ ਪੁੰਨੂ ਦੇ ਊਠ ਦਾ ਖੁਰਾ ਮਿਲ ਜਾਵੇ, ਪਰ ਉਸ ਨੂੰ ਉਹ ਕਿਸੇ ਪਾਸੇ ਮਿਲ ਨਹੀਂ ਸੀ ਰਿਹਾ। ਹਾਸ਼ਮ ਕਹਿੰਦਾ ਹੈ ਕਿ ਇਸ ਤਰ੍ਹਾਂ ਜਿਹੜੇ ਪ੍ਰੇਮੀ ਪਿਆਰ ਨੂੰ ਤੋੜ ਨਿਭਾਉਂਦੇ ਹਨ, ਸੰਸਾਰ ਉਹਨਾਂ ਦੀ ਪ੍ਰੀਤ ਦੇ ਕਿੱਸੇ ਗਾਉਂਦਾ ਹੈ। ਸਿਰ ਧਰ ਖੋਜ ਉੱਤੇ ਗਸ ਆਇਆ, ਮੌਤ ਸੱਸੀ ਦੀ ਆਈ, ਖੁਸ਼ ਰਹੋ ਯਾਰ ਅਸਾਂ ਤੁਧ ਕਾਰਨ, ਥਲ ਵਿੱਚ ਜਾਨ ਗਵਾਈ, ਡਿੱਗਦੀ ਸਾਰ ਗਿਆ ਦਮ ਨਿਕਲ, ਤਨ ਥੋਂ ਜਾਨ ਸਿਧਾਈ, ਹਾਸ਼ਮ ਕਰ ਲੱਖ ਲੱਖ ਸ਼ੁਕਰਾਨੇ, ਇਸ਼ਕ ਵੱਲੋਂ ਰਹਿ ਆਈ। ਗਸ ਆਇਆ ਭਾਵ ਬੇਹੋਸ਼ ਹੋ ਗਈ। ਥਲ ਸ਼ਬਦ ਦਾ ਅਰਥ ਹੈ ਮਾਰੂਥਲ। ਤਨ ਸ਼ਬਦ ਦਾ ਅਰਥ ਹੈ ਸਰੀਰ। ਸਿਧਾਈ ਸ਼ਬਦ ਦਾ ਅਰਥ ਹੈ ਨਿਕਲ ਗਈ ਜਾਂ ਚਲੀ ਗਈ। ਸ਼ੁਕਰਾਨੇ ਭਾਵ ਧੰਨਵਾਦ। ਰਹਿ ਆਈ ਸ਼ਬਦ ਦਾ ਅਰਥ ਹੈ ਪੂਰੀ ਉਤਰੀ ਸੀ, ਭਾਵ ਨਿਭ ਗਈ। ਇਹਨਾਂ ਸਤਰਾਂ ਵਿੱਚ ਕਵੀ ਨੇ ਮਾਰੂਥਲ ਵਿੱਚ ਪੁੰਨੂ ਦਾ ਪਿੱਛਾ ਕਰ ਰਹੀ ਸੱਸੀ ਦੀ ਮੌਤ ਦਾ ਜ਼ਿਕਰ ਕੀਤਾ ਹੈ। ਸੱਸੀ ਨੇ ਆਪਣਾ ਸਿਰ ਡਾਚੀ ਦੇ ਪੈਰ ਦੇ ਨਿਸ਼ਾਨ ਉੱਤੇ ਰੱਖ ਦਿੱਤਾ ਅਤੇ ਉੱਥੇ ਹੀ ਉਸ ਨੂੰ ਮੌਤ ਆ ਗਈ। ਉਸ ਦਾ ਦਿਲ ਕਹਿ ਰਿਹਾ ਸੀ ਕਿ ਹੇ ਮੇਰੇ ਪਿਆਰੇ, ਤੂੰ ਖੁਸ਼ ਰਹਿ, ਅਸੀਂ ਤੇਰੇ ਬਦਲੇ ਥਲ ਵਿੱਚ ਆਪਣੀ ਜਾਨ ਗਵਾ ਦਿੱਤੀ ਹੈ। ਡਿੱਗਦਿਆਂ ਸਾਰ ਹੀ ਉਸ ਦੇ
ਸਵਾਸ ਨਿਕਲ ਗਏ ਅਤੇ ਉਸ ਦੇ ਤਨ ਵਿੱਚੋਂ ਜਾਨ ਨਿਕਲ ਕੇ ਚਲੀ ਗਈ। ਉਹ ਰੱਬ ਦਾ ਲੱਖ ਲੱਖ ਸ਼ੁਕਰ ਕਰ ਰਹੀ ਸੀ ਕਿ ਇੱਕ ਆਸ਼ਿਕ ਦੇ ਰੂਪ ਵਿੱਚ ਉਸ ਦੀ ਇੱਜ਼ਤ ਰਹਿ ਗਈ ਹੈ ਅਤੇ ਉਹ ਇਸ਼ਕ ਨੂੰ ਨੇਪਰੇ ਚੜਾਉਣ ਵਿੱਚ ਸਫਲ ਰਹੀ ਹੈ। ਇਹ ਸੀ ਹਾਸ਼ਮ ਸ਼ਾਹ ਦਾ ਲਿਖਿਆ ਕਿੱਸਾ ਸੱਸੀ ਪੁੰਨੂ। ਕਿੱਸਾ ਸੱਸੀ ਪੁੰਨੂ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਆਪਣੇ ਪ੍ਰੀਤਮ ਪੁੰਨੂ ਤੋਂ ਵਿਛੜ ਕੇ ਸੱਸੀ ਉਸ ਦਾ ਪਿੱਛਾ ਕਰਨ ਲਈ ਉਸ ਦੀ ਡਾਚੀ ਦੀ ਪੈੜ ਲੱਭਦੀ ਹੋਈ ਤਪਦੇ ਮਾਰੂਥਲ ਵਿੱਚ ਚੱਲ ਪਈ ਅਤੇ ਉੱਥੇ ਹੀ ਗਰਮੀ ਵਿੱਚ ਉਸ ਦੀ ਮੌਤ ਹੋ ਗਈ। ਉਹ ਰੱਬ ਦਾ ਲੱਖ ਲੱਖ ਸ਼ੁਕਰ ਕਰ ਰਹੀ ਸੀ ਕਿ ਉਹ ਇਸ਼ਕ ਵਿੱਚ ਪੂਰੀ ਉਤਰੀ ਹੈ। ਹੁਣ ਅਸੀਂ ਹਾਸ਼ਮ ਸ਼ਾਹ ਦੁਆਰਾ ਲਿਖੇ ਕਿੱਸੇ ਸੱਸੀ ਪੁੰਨੂ ਦੇ ਵਸਤੂਨਿਸ਼ਟ ਪ੍ਰਸ਼ਨ ਉੱਤਰ ਦੇਖਾਂਗੇ। ਪਹਿਲਾ ਪ੍ਰਸ਼ਨ ਹੈ, ਕਿੱਸਾ ਸੱਸੀ ਪੁੰਨੂ ਕਿਸ ਦੀ ਰਚਨਾ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਕਿੱਸਾ ਸੱਸੀ ਪੁੰਨੂ ਹਾਸ਼ਮ ਸ਼ਾਹ ਦੀ ਰਚਨਾ ਹੈ। ਅਗਲਾ ਪ੍ਰਸ਼ਨ ਹੈ, ਹਾਸ਼ਮ ਨੇ ਆਪਣੇ ਕਿੱਸੇ ਵਿੱਚ ਕਿਸ ਦੀ ਪ੍ਰੀਤ ਕਹਾਣੀ ਨੂੰ ਬਿਆਨ ਕੀਤਾ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਹਾਸ਼ਮ ਨੇ ਆਪਣੇ ਕਿੱਸੇ ਵਿੱਚ ਸੱਸੀ ਅਤੇ ਪੁੰਨੂ ਦੀ ਪ੍ਰੀਤ ਕਹਾਣੀ ਨੂੰ ਬਿਆਨ ਕੀਤਾ ਹੈ। ਅਗਲਾ ਪ੍ਰਸ਼ਨ ਹੈ, ਸੱਸੀ ਕਿਸ ਦਾ ਪਿੱਛਾ ਕਰ ਰਹੀ ਸੀ? ਇਸ ਪ੍ਰਸ਼ਨ ਦਾ ਉੱਤਰ ਹੈ, ਸੱਸੀ ਪੁੰਨੂ ਦਾ ਪਿੱਛਾ ਕਰ ਰਹੀ ਸੀ। ਅਗਲਾ ਪ੍ਰਸ਼ਨ ਹੈ, ਸੱਸੀ ਦੇ ਪ੍ਰੇਮੀ ਦਾ ਨਾਂ ਕੀ ਸੀ? ਇਸ ਪ੍ਰਸ਼ਨ ਦਾ ਉੱਤਰ ਹੈ, ਸੱਸੀ ਦੇ ਪ੍ਰੇਮੀ ਦਾ ਨਾਂ ਪੁੰਨੂ ਸੀ। ਅਗਲਾ ਪ੍ਰਸ਼ਨ ਹੈ, ਸੱਸੀ ਕਿਸ ਦੇ ਪਿੱਛੇ ਮਾਰੂਥਲ ਵਿੱਚ ਮਰਨਾ ਚਾਹੁੰਦੀ ਸੀ? ਇਸ ਪ੍ਰਸ਼ਨ ਦਾ ਉੱਤਰ ਹੈ, ਪੁੰਨੂ ਦੇ। ਅਗਲਾ ਪ੍ਰਸ਼ਨ ਹੈ, ਸੱਸੀ ਦਾ ਰਸਤਾ ਕਿੱਥੋਂ ਦੀ ਲੰਘ ਰਿਹਾ ਸੀ? ਇਸ ਪ੍ਰਸ਼ਨ ਦਾ ਉੱਤਰ ਹੈ, ਸੱਸੀ ਦਾ ਰਸਤਾ ਤਪਦੇ ਮਾਰੂਥਲ ਵਿੱਚੋਂ ਲੰਘ ਰਿਹਾ ਸੀ। ਅਗਲਾ ਪ੍ਰਸ਼ਨ ਹੈ, ਸ਼ਹਿਜ਼ਾਦੀ ਕੌਣ ਸੀ? ਇਸ ਪ੍ਰਸ਼ਨ ਦਾ ਉੱਤਰ ਹੈ, ਸ਼ਹਿਜ਼ਾਦੀ ਸੱਸੀ ਸੀ। ਅਗਲਾ ਪ੍ਰਸ਼ਨ ਹੈ, ਪੁੰਨੂ ਕਾਹਦੇ ਉੱਤੇ ਸਵਾਰ ਸੀ? ਇਸ ਪ੍ਰਸ਼ਨ ਦਾ ਉੱਤਰ ਹੈ, ਪੁੰਨੂ ਊਠ ਉੱਤੇ ਸਵਾਰ ਸੀ। ਅਗਲਾ ਪ੍ਰਸ਼ਨ ਹੈ, ਜਦੋਂ ਸੱਸੀ ਮਾਰੂਥਲ ਵਿੱਚ ਪੁੰਨੂ ਦੇ ਊਠ ਦੀ ਪੈੜ ਲੱਭਦੀ ਹੋਈ ਜਾ ਰਹੀ ਸੀ, ਉਸ ਸਮੇਂ ਦਿਨ ਦਾ ਕਿਹੜਾ ਸਮਾਂ ਸੀ? ਇਸ ਪ੍ਰਸ਼ਨ ਦਾ ਉੱਤਰ ਹੈ, ਤਪਦੀ ਸਿਖਰ ਦੁਪਹਿਰ। ਅਗਲਾ ਪ੍ਰਸ਼ਨ ਹੈ, ਹਾਸ਼ਮ ਨੇ ਆਤਸ਼ ਦਾ ਦਰਿਆ ਕਿਸ ਨੂੰ ਕਿਹਾ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਤਪਦੇ ਮਾਰੂਥਲ ਨੂੰ। ਅਗਲਾ ਪ੍ਰਸ਼ਨ ਹੈ, ਸੱਸੀ ਦਾ ਲੂ ਲੂ ਕੀ ਪੁਕਾਰ ਰਿਹਾ ਸੀ? ਇਸ ਪ੍ਰਸ਼ਨ ਦਾ ਉੱਤਰ ਹੈ, ਹੋਤ ਪੁੰਨੂ ਦਾ ਨਾਂ। ਅਗਲਾ ਪ੍ਰਸ਼ਨ ਹੈ, ਸੱਸੀ ਦੇ ਨਾਜ਼ੁਕ ਪੈਰ ਕਿਹੋ ਜਿਹੇ ਸਨ? ਇਸ ਪ੍ਰਸ਼ਨ ਦਾ ਉੱਤਰ ਹੈ, ਸੱਸੀ ਦੇ ਨਾਜ਼ੁਕ ਪੈਰ ਗੁਲਾਬ ਵਰਗੇ ਸਨ। ਅਗਲਾ ਪ੍ਰਸ਼ਨ ਹੈ, ਸੱਸੀ ਦੇ ਪੈਰ ਕਾਹਦੇ ਨਾਲ ਸ਼ਿੰਗਾਰੇ ਹੋਏ ਸਨ? ਇਸ ਪ੍ਰਸ਼ਨ ਦਾ ਉੱਤਰ ਹੈ, ਸੱਸੀ ਦੇ ਪੈਰ ਮਹਿੰਦੀ ਨਾਲ ਸ਼ਿੰਗਾਰੇ ਹੋਏ ਸਨ। ਅਗਲਾ ਪ੍ਰਸ਼ਨ ਹੈ, ਸੱਸੀ ਦਾ ਮਾਣ ਕੀ ਯਾਦ ਆਉਣ ਤੇ ਟੁੱਟ ਗਿਆ? ਇਸ ਪ੍ਰਸ਼ਨ ਦਾ ਉੱਤਰ ਹੈ, ਸੱਸੀ ਦਾ ਮਾਣ ਭੰਬੂਰ ਸ਼ਹਿਰ ਯਾਦ ਆਉਣ ਤੇ ਟੁੱਟ ਗਿਆ, ਕਿਉਂਕਿ ਭੰਬੂਰ ਸ਼ਹਿਰ ਸੱਸੀ ਦਾ ਪੇਕਾ ਸ਼ਹਿਰ ਸੀ। ਅਗਲਾ ਪ੍ਰਸ਼ਨ ਹੈ, ਸੱਸੀ ਮਾਰੂਥਲ ਵਿੱਚ ਕੀ ਢੂੰਡ ਰਹੀ ਸੀ? ਇਸ ਪ੍ਰਸ਼ਨ ਦਾ ਉੱਤਰ ਹੈ, ਸੱਸੀ ਮਾਰੂਥਲ ਵਿੱਚ ਊਠ ਦੀ ਪੈੜ ਢੂੰਡ ਰਹੀ ਸੀ। ਅਗਲਾ ਪ੍ਰਸ਼ਨ ਹੈ,
ਹਾਸ਼ਮ ਅਨੁਸਾਰ ਸੰਸਾਰ ਕਿਹੜੀ ਪ੍ਰੀਤ ਨੂੰ ਗਾਉਂਦਾ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਹਾਸ਼ਮ ਅਨੁਸਾਰ ਸੰਸਾਰ ਸੰਪੂਰਨ ਪ੍ਰੀਤ ਨੂੰ ਗਾਉਂਦਾ ਹੈ। ਅਗਲਾ ਪ੍ਰਸ਼ਨ ਹੈ ਸੱਸੀ ਨੇ ਆਪਣਾ ਸਿਰ ਕਾਹਦੇ ਉੱਤੇ ਰੱਖ ਦਿੱਤਾ? ਇਸ ਪ੍ਰਸ਼ਨ ਦਾ ਉੱਤਰ ਹੈ ਸੱਸੀ ਨੇ ਆਪਣਾ ਸਿਰ ਊਠ ਦੇ ਖੁਰ ਉੱਤੇ ਰੱਖ ਦਿੱਤਾ। ਅਗਲਾ ਪ੍ਰਸ਼ਨ ਹੈ ਸੱਸੀ ਨੇ ਮਾਰੂਥਲ ਵਿੱਚ ਕਿਸ ਦੀ ਖਾਤਰ ਜਾਨ ਗਵਾਈ ਸੀ? ਇਸ ਪ੍ਰਸ਼ਨ ਦਾ ਉੱਤਰ ਹੈ ਸੱਸੀ ਨੇ ਮਾਰੂਥਲ ਵਿੱਚ ਪੁੰਨੂ ਦੀ ਖਾਤਰ ਜਾਨ ਗਵਾਈ ਸੀ। ਅਗਲਾ ਪ੍ਰਸ਼ਨ ਹੈ ਮਰਦੀ ਹੋਈ ਸੱਸੀ ਨੇ ਪੁੰਨੂ ਨੂੰ ਕੀ ਕਿਹਾ? ਇਸ ਪ੍ਰਸ਼ਨ ਦਾ ਉੱਤਰ ਹੈ ਮਰਦੀ ਹੋਈ ਸੱਸੀ ਨੇ ਪੁੰਨੂ ਨੂੰ ਕਿਹਾ ਉਹ ਖੁਸ਼ ਰਹੇ। ਅਗਲਾ ਪ੍ਰਸ਼ਨ ਹੈ ਹਾਸ਼ਮ ਸ਼ਾਹ ਕਿਸ ਕਾਵਧਾਰਾ ਦਾ ਕਵੀ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਹਾਸ਼ਮ ਸ਼ਾਹ ਕਿੱਸਾ ਕਾਵਧਾਰਾ ਦਾ ਕਵੀ ਹੈ। ਇਹ ਸੀ 10ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪੇਪਰ ਏ ਦੇ ਪਾਠਕ੍ਰਮ ਵਿੱਚ ਸ਼ਾਮਿਲ ਕਿੱਸਾ ਕਾਵ ਦੇ ਕਵੀ ਹਾਸ਼ਮ ਸ਼ਾਹ ਦੁਆਰਾ ਲਿਖਿਆ ਕਿੱਸਾ ਸੱਸੀ ਪੁੰਨੂ। ਇਸ ਕਿੱਸੇ ਵਿੱਚ ਕਵੀ ਨੇ ਸੱਸੀ ਅਤੇ ਪੁੰਨੂ ਦੀ ਪ੍ਰੇਮ ਕਹਾਣੀ ਨੂੰ ਬਿਆਨ ਕੀਤਾ ਹੈ। ਸੱਸੀ ਆਪਣੇ ਪ੍ਰੀਤਮ ਪੁੰਨੂ ਤੋਂ ਵਿਛੜ ਕੇ ਉਸ ਦਾ ਪਿੱਛਾ ਕਰਨ ਲਈ ਉਸ ਦੀ ਡਾਚੀ ਦੀ ਪੈੜ ਲੱਭਦੀ ਹੋਈ ਤਪਦੇ ਮਾਰੂਥਲ ਵਿੱਚ ਚੱਲ ਪੈਂਦੀ ਹੈ ਅਤੇ ਉੱਥੇ ਹੀ ਬਹੁਤ ਜ਼ਿਆਦਾ ਗਰਮੀ ਹੋਣ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ। ਸੱਸੀ ਰੱਬ ਦਾ ਲੱਖ ਲੱਖ ਸ਼ੁਕਰ ਕਰਦੀ ਹੈ ਕਿ ਉਹ ਇਸ਼ਕ ਵਿੱਚ ਪੂਰੀ ਉਤਰੀ ਹੈ। ਧੰਨਵਾਦ।